ਧੰਨ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵਈ, ਤਾ ਮਨ ਬਿਰਥਾ ਜਾਏ। ਹਰ ਚੇਤ ਮਨ ਮੇਰੇ, ਤੂੰ ਗੁਰ ਕਾ ਸ਼ਬਦ ਕਮਾਏ। ਹੁਕਮ ਮੰਨੈ ਤਾ ਹਰ ਮਿਲੈ, ਤਾਂ ਵਿੱਚੋਂ ਹਉਮੈ ਜਾਏ। ਰਹਾਉ ਹਉਮੈ ਸਭ ਸਰੀਰ ਹੈ, ਹਉਮੈ ਓਪਤ ਹੋਏ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਇ। ਹਉਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁਝਿਆ ਜਾਏ। ਹਉਮੈ ਵਿੱਚ ਜੀਉ ਬੰਧ ਹੈ, ਨਾਮ ਨਾ ਵਸੈ ਮਨ ਆਏ। ਨਾਨਕ ਸਤਿਗੁਰ ਮਿਲਿਐ ਹਉਮੈ ਗਈ, ਤਾ ਸੱਚ ਵਸਿਆ ਮਨ ਆਏ। ਸੱਚ ਕਮਾਵੈ ਸੱਚ ਰਹੈ, ਸੱਚੇ ਸੇਵ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਪਾਵਨ ਵਿਚਾਰ। ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਏ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਵਡਹੰਸ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 560 ਦੇ ਉੱਪਰ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਪਿਛਲੇ ਦਿਨਾਂ ਤੋਂ ਚੱਲ ਰਹੀ ਹੈ, ਜਿਹਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਹਉਮੈ ਦਾ ਜ਼ਿਕਰ ਕਰਦੇ ਨੇ। ਤੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਇਹ ਪਾਵਨ ਬਚਨ ਸਾਂਝਾ ਕਰ ਰਹੇ ਸਾਂ ਕਿ ਹੇ ਮੇਰਿਆ ਮਨਾ, ਤੂੰ ਪਰਮਾਤਮਾ ਦਾ ਨਾਮ ਜਪ ਤੇ ਗੁਰੂ ਦੇ ਸ਼ਬਦ ਦੀ ਕਮਾਈ ਕਰਿਆ ਕਰ। ਜਦੋਂ ਕੋਈ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਏ, ਪਰਮਾਤਮਾ ਦਾ ਨਾਮ ਜਪਦਾ ਏ, ਤੇ ਉਹਦੇ 'ਤੇ ਕੀ ਬਖਸ਼ਿਸ਼ ਹੁੰਦੀ ਹੈ, ਇਹ ਆਪਾਂ ਅਗਲੀ ਪੰਕਤੀ 'ਚ ਅੱਜ ਪੜ੍ਹਾਂਗੇ। ਪਰਸੋਂ ਇਸ ਪਾਵਨ ਅੰਮ੍ਰਿਤ ਬਚਨ 'ਤੇ ਸਮਾਪਤੀ ਕੀਤੀ ਸੀ ਕਿ ਹਰ ਚੇਤ ਮਨ ਮੇਰੇ, ਤੂੰ ਗੁਰ ਕਾ ਸ਼ਬਦ ਕਮਾਏ। ਇਹਦੇ ਅੱਖਰੀ ਅਰਥ ਕਰ ਦੇਵਾਂ। ਕਹਿਣ ਲੱਗੀ, ਹੇ ਮੇਰਿਆ ਮਨਾ, ਤੂੰ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਨਾ ਕਰ। ਚੇਤ ਦਾ ਅਰਥ ਕੀਤਾ ਸੀ ਸਿਮਰਨ, ਉਹਦਾ ਨਾਮ ਜਪਣਾ ਕਰ। ਤੇ ਜਿਹੜਾ ਤੇਰਾ ਗੁਰੂ ਤੈਨੂੰ ਸ਼ਬਦ ਦਿੰਦਾ ਏ, ਸਤਿਗੁਰੂ ਕਹਿਣ ਲੱਗੇ ਉਸ ਸ਼ਬਦ ਦੀ ਕਮਾਈ ਕਰਿਆ ਕਰ। ਹਰ ਚੇਤ ਮਨ ਮੇਰੇ, ਤੂੰ ਗੁਰ ਕਾ ਸ਼ਬਦ ਕਮਾਏ। ਜੋ ਗੁਰੂ ਕਹਿੰਦਾ ਏ ਨਾ, ਉਹਨੂੰ ਜੀਵਨ ਦੇ ਵਿੱਚ ਕਮਾਇਆ ਕਰ, ਉਸ ਪਾਵਨ ਬਚਨ ਨੂੰ। ਇੱਥੋਂ ਤੱਕ ਆਪਾਂ ਵਾਚਿਆ ਸੀ। ਅੱਜ ਸਤਿਗੁਰੂ ਅਗਲੇਰੀ ਵਿਚਾਰ ਬਖਸ਼ਿਸ਼ ਕਰਦੇ ਨੇ। ਕਹਿਣਗੇ ਹੁਕਮ ਮੰਨੈ ਤਾਂ ਹਰ ਮਿਲੈ। ਹੁਣ ਜੇ ਤੂੰ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ,
ਜੋ ਗੁਰੂ ਸਾਹਿਬ ਤੈਨੂੰ ਬਚਨ ਦੇ ਵਿੱਚ ਕਹਿ ਰਹੇ ਨੇ, ਸ਼ਬਦ ਦੇ ਵਿੱਚ ਕਹਿ ਰਹੇ ਨੇ, ਜੇ ਤੂੰ ਉਹਨੂੰ ਮੰਨ ਲਿਆ, ਕਹਿ ਲਗੇ ਹੁਕਮ ਮੰਨੈ ਤਾਂ ਕੀ ਹੋਵੇਗਾ? ਹਰ ਮਿਲਿਆ, ਕਹਿ ਲਗੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਇੱਕ ਇੱਥੇ ਗੱਲ ਯਾਦ ਰੱਖਿਓ, ਪਰਮਾਤਮਾ ਦੇ ਨਾਲ ਸਾਡਾ ਜਿਹੜਾ ਮੇਲ ਹੈ ਉਹ ਗੁਰੂ ਤੋਂ ਬਿਨਾਂ ਕੋਈ ਹੋਰ ਨਹੀਂ ਕਰਾ ਸਕਦਾ। ਇਹ ਸ਼ੁਰੂ ਤੋਂ ਵਿਧੀ ਵਿਧਾਨ ਚੱਲਦਾ ਆ ਰਿਹਾ। ਤੁਸੀਂ ਪੁਰਾਤਨ ਭਗਤਾਂ ਦਾ ਜ਼ਿਕਰ ਵੀ ਪੜ੍ਹ ਲਓ, ਉਹਨਾਂ ਨੂੰ ਵੀ ਕੋਈ ਨਾ ਕੋਈ ਉਪਦੇਸ਼ ਕਰਨ ਵਾਲਾ ਹੈ। ਭਾਵੇਂ ਉਹ ਕੋਈ ਰਿਸ਼ੀ ਹੋਵੇ, ਭਾਵੇਂ ਕੋਈ ਮੁਨੀ ਹੋਵੇ, ਭਾਵੇਂ ਕੋਈ ਦੇਵਤਾ ਹੋਵੇ, ਕੋਈ ਪੀਰ ਪੈਗੰਬਰ ਹੋਵੇ, ਜਦੋਂ ਕੋਈ ਕਿਸੇ ਨੂੰ ਗੁਰੂ ਧਾਰਨ ਕਰਦਾ ਏ ਉਹ ਫਿਰ ਗੁਰੂ ਸ਼ਬਦ ਦਿੰਦਾ ਏ। ਸ਼ਬਦ ਦੀ ਕਮਾਈ ਦੇ ਨਾਲ ਮਨੁੱਖ ਪਰਮਾਤਮਾ ਤੱਕ ਪਹੁੰਚਦਾ। ਉਹਦਾ ਇੱਕ ਕਾਰਨ ਹੈ, ਦੋ ਚੀਜ਼ਾਂ ਨੇ ਮੈਂ ਬੜੀ ਵਾਰੀ ਸਾਂਝੀਆਂ ਕੀਤੀਆਂ, ਇੱਕ ਹੈ ਜੀਵ ਆਤਮਾ, ਇੱਕ ਹੈ ਪਰਮ ਆਤਮਾ। ਮਨੁੱਖ ਜੀਵ ਆਤਮਾ ਜਿਹੜੀ ਹੈ ਇਹ ਪਰਮਾਤਮਾ ਦੇ ਨਾਲੋਂ ਜਿਹੜੀ ਉਹ ਵਿਛੜੀ ਹੋਈ ਹੈ। ਆਪਾਂ ਪਿੱਛੇ ਬੜੀ ਡਿਟੇਲ ਦੇ ਨਾਲ ਵਾਚਿਆ ਸੀ, ਇਹਦਾ ਵਿਛੜਨ ਦਾ ਕਾਰਨ ਇਹਦੇ ਅੰਦਰ ਵਿਕਾਰਾਂ ਦੀ ਮੈਲ ਹੈ। ਹੁਣ ਫਾਸਲਾ ਇੰਨਾ ਕੁ ਪੈ ਚੁੱਕਾ ਹੈ, ਮੈਲ ਇੰਨੀ ਕੁ ਜ਼ਿਆਦਾ ਇਕੱਠੀ ਹੋ ਚੁੱਕੀ ਹੈ ਕਿ ਉਹ ਜਿਹੜੀ ਮੈਲ ਨੂੰ ਕੱਟਣ ਦੀ ਵਿਧੀ ਹੈ ਉਹ ਗੁਰੂ ਦੇ ਕੋਲੋਂ ਮਿਲਦੀ ਹੈ। ਉਦਾਹਰਨਾਂ ਆਪਾਂ ਇੱਕ ਦੋ ਪਾਵਨ ਬਾਣੀ ਦੀਆਂ ਲੈ ਲਾਂਗੇ। ਇੱਕ ਬਚਨ ਆਉਂਦਾ ਹੈ ਸਤਿਗੁਰਾਂ ਦਾ, ਮੈਂ ਪੜ੍ਹ ਦੇਵਾਂ। ਕਹਿ ਲਗੇ ਕੈਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਸਿਰਫ ਇੱਕ ਉਦਾਹਰਨ ਆਪਾਂ ਇਸ ਵਿਸ਼ੇ ਦੇ ਨਾਲ ਲਈ ਜਾਵਾਂਗੇ, ਗੁਰੂ ਕਿਵੇਂ ਮਿਲਾਉਂਦਾ ਹੈ। ਕੈਂ ਦਾ ਭਾਂਡਾ ਹੋਵੇ, ਕੰਚਨ ਕਹਿੰਦੇ ਨੇ ਸੋਨੇ ਨੂੰ, ਸੋਨੇ ਦਾ ਕੋਈ ਗਹਿਣਾ ਹੋਵੇ। ਸਾਰ ਦਾ ਅਰਥ ਕਰਨਾ ਲੋਹਾ, ਕੋਈ ਲੋਹੇ ਦਾ ਚੀਜ਼ ਵਸਤੂ, ਕੋਈ ਭਾਂਡਾ ਹੋਵੇ। ਮੰਨ ਲਓ ਆਪਸ ਵਿੱਚੋਂ ਇਹ ਟੁੱਟ ਜਾਂਦੇ ਨੇ। ਹੁਣ ਜੋੜਨਾ ਤੇ ਆਪਾਂ ਕਿਸੇ ਸੋਨੇ ਦੇ ਕੜੇ ਨੂੰ ਹੈ, ਪਰ ਜੋੜੇਗਾ ਇੱਕ ਸੁਨਿਆਰ, ਇੱਕ ਵਿਧੀ ਹੈ ਨਾ ਜੋੜਨ ਦੀ। ਜੋੜਨਾ ਸੋਨੇ ਨੇ, ਆਪਸ ਵਿੱਚ ਦੋ ਸਿਰਿਆਂ ਨੇ ਹੈ। ਕੋਈ ਕਹਿਣ ਦਾ ਭਾਂਡਾ ਟੁੱਟ ਜਾਵੇ ਉਹਨੂੰ ਸਠਿਆਰ ਗੰਢਦਾ ਏ, ਕੋਈ ਲੋਹੇ ਦਾ ਟੁੱਟ ਜਾਵੇ ਉਹਨੂੰ ਲੋਹਾਰ ਗੰਢਦਾ ਏ। ਸੋਨੇ ਨੂੰ ਸੁਨਿਆਰ ਗੰਢਦਾ ਹੈ। ਕਹਿ ਲਗੇ ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਅਗਨੀ ਦੇ ਨਾਲ ਉਹ ਜਿਹੜਾ ਵਿਧੀ ਵਿਧਾਨ ਹੈ, ਜਿਹੜਾ ਵੀ ਵਿੱਚ ਉਹਨੂੰ ਮਸਾਲਾ ਭਰਨਾ ਪਵੇ ਉਹਦੇ ਨਾਲ ਉਹਨੂੰ ਗੰਢ ਪਾ ਦਿੰਦਾ ਏ। ਅਤੇ ਇੱਕ ਅੱਗੇ ਸਤਿਗੁਰਾਂ ਨੇ ਇਹ ਉਦਾਹਰਨਾਂ ਦੇ ਕੇ ਜਿਹੜੀ ਗੱਲ ਕਹੀ, ਕਹਿਣ ਲੱਗੇ ਭਾਈ ਜੇ ਮਨੁੱਖ ਦੀ ਪਰਮਾਤਮਾ ਦੇ ਨਾਲੋਂ ਟੁੱਟ ਜਾਵੇ ਅਤੇ ਮਨੁੱਖ ਫਿਰ ਪਰਮਾਤਮਾ ਦੀਆਂ ਸਿਫਤਾਂ ਕਰੇ। ਸਤਿਗੁਰੂ ਕਹਿਣਗੇ ਸਿਫਤੀ ਗੰਢ ਪਵੈ ਦਰਬਾਰ। ਜਿਵੇਂ ਕਿਸੇ ਭਾਂਡੇ ਨੂੰ ਟੁੱਟੇ ਹੋਏ ਨੂੰ ਇੱਕ ਲੋਹਾਰ ਜੋੜ ਦਿੰਦਾ ਏ, ਇਸੇ ਤਰੀਕੇ ਦੇ ਨਾਲ ਜੀਵ ਆਤਮਾ ਜਦੋਂ ਪਰਮਾਤਮਾ ਦੇ ਨਾਲੋਂ ਵਿਛੜ ਜਾਂਦੀ ਹੈ ਉਹਨੂੰ ਫਿਰ ਪਰਮਾਤਮਾ ਦੇ ਨਾਲ ਗੁਰੂ ਜੋੜ ਦਿੰਦਾ ਹੈ। ਇਹ ਆਪਾਂ ਗੁਰੂ ਦਾ ਜਿਹੜਾ ਇਹ ਫਰਜ਼, ਜਾਂ ਮੈਂ ਇਉਂ ਕਹਿ ਦਿਆਂ ਇਹ ਗੁਰੂ ਦਾ ਇੱਕ ਵਿਧੀ ਵਿਧਾਨ ਬਣਿਆ ਹੋਇਆ। ਗੁਰੂ ਸਾਡੇ ਜੀਵਨ 'ਚ ਤਾਂ ਆਉਂਦਾ ਹੈ। ਦੂਸਰੀ ਬੇਨਤੀ ਇੱਕ ਹੋਰ ਅਰਜ਼ ਕਰ ਦੇਵਾਂ, ਇਹ ਪੰਕਤੀ ਆਪਾਂ ਧਿਆਨ 'ਚ ਰੱਖਣੀ ਹੈ। ਅਸੀਂ ਇਹ ਵਾਚ ਰਹੇ ਹਾਂ ਕਿ ਗੁਰੂ ਦਾ ਹੁਕਮ ਮੰਨੇ ਤਾਂ ਪਰਮਾਤਮਾ ਮਿਲ ਪਵੇਗਾ। ਫਿਰ ਦੁਹਰਾ ਦੇਵਾਂ, ਹੁਕਮ ਮੰਨੈ ਤਾਂ ਹਰ ਮਿਲੈ, ਤਾਂ ਵਿੱਚੋਂ ਹਉਮੈ ਜਾਏ। ਜਦੋਂ ਪਰਮਾਤਮਾ ਮਿਲ ਗਿਆ ਅੰਦਰੋਂ ਹਉਮੈ ਚਲੀ ਜਾਏਗੀ। ਇੱਕ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਅਸੀਂ ਪੜ੍ਹਦੇ ਹਾਂ, ਕਹਿਣ ਲੱਗੇ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਕਹਿੰਦੇ ਇਹ ਸੁਣਿਆ ਸੀ ਕਿ ਗੁਰੂ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਕਹਿੰਦੇ ਅੱਜ ਗੁਰੂ ਨਾਨਕ ਦੇ ਘਰ 'ਚ ਆਣ ਕੇ ਇਹਨਾਂ ਨੇਤਰਾਂ ਦੇ ਨਾਲ ਤੱਕ ਲਿਆ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਕੀ ਕਰਦਾ ਏ? ਵਿਛੜਿਆਂ ਮੇਲੇ ਕਿਹਨੂੰ? ਪ੍ਰਭੂ। ਵਿਛੜੀਆਂ ਹੋਈਆਂ ਜੀਵ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਇਂਦਾ। ਉਹ ਪਰਮਾਤਮਾ ਦਾ ਜਿਹੜਾ ਨਾਮ, ਜਿਹੜਾ ਮੰਤਰ ਦਿੰਦਾ ਉਹਨੂੰ ਦ੍ਰਿੜ ਕਰਵਾਉਂਦਾ ਹੈ। ਫਿਰ ਸ਼ਬਦ ਤੇ ਪਰਮਾਤਮਾ ਦਾ ਹੈ, ਪਰ ਮਿਲਣਾ ਗੁਰੂ ਦੇ ਰਾਹੀਂ ਹੈ। ਅਤੇ ਗੁਰੂ ਜਦੋਂ ਉਹਨੂੰ ਦ੍ਰਿੜ ਕਰਾ ਦਿੰਦਾ ਹੈ, ਅੱਗੇ ਕੀ ਬਚਨ ਹੈ? ਕੱਟੇ ਹਉਮੈ ਰੋਗ। ਜੀਵ ਦੇ ਅੰਦਰੋਂ ਜਿਹੜੇ ਨੇ ਸ਼ਬਦ ਦੇ ਦੁਆਰਾ ਹਉਮੈ ਦਾ ਰੋਗ ਕੱਟਿਆ ਜਾਂਦਾ। ਜਿਹੜੀ ਸਤਿਗੁਰੂ ਇੱਥੇ ਗੱਲ ਕਰ ਰਹੇ ਨਾ, ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹਉਮੈ ਜਾਏ। ਉੱਥੇ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ
ਕਹਿਣ ਲੱਗੇ ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਕਹਿਣ ਲੱਗੇ ਅਸਲ ਦੇ ਵਿੱਚ ਜਿਹਦੇ ਸੰਜੋਗਾਂ ਦੇ ਵਿੱਚ ਭਾਗਾਂ 'ਚ ਗੁਰੂ ਦਾ ਮਿਲਾਪ ਲਿਖਿਆ ਹੋਵੇ, ਪਰਮਾਤਮਾ ਦਾ ਮਿਲਾਪ ਲਿਖਿਆ ਹੋਵੇ, ਉਹਦੇ ਨਾਲ ਇਹ ਸੰਜੋਗ ਬਣਦਾ ਹੈ। ਨਹੀਂ ਤਾਂ ਲੋਕ ਇੱਧਰ ਉੱਧਰ ਦੀਆਂ ਟੱਕਰਾਂ ਮਾਰ ਕੇ ਚਲੇ ਜਾਂਦੇ ਨੇ। ਅਤੇ ਮੈਂ ਬੇਨਤੀ ਕਰ ਰਿਹਾ, ਸਤਿਗੁਰੂ ਕਹਿਣ ਲੱਗੇ ਭਾਈ ਤੂੰ ਪਰਮਾਤਮਾ ਦੇ ਘਰ 'ਚ ਪ੍ਰਵਾਨ ਹੋਣਾ ਹੈ ਅਤੇ ਯਾਦ ਰੱਖੀ ਗੁਰੂ ਦਾ ਹੁਕਮ ਮੰਨ। ਇੱਥੇ ਮੈਂ ਬੇਨਤੀ ਕਰਾਂ, ਕਈ ਵਾਰੀ ਨਾ ਅਸੀਂ ਗੁਰੂ ਤੋਂ ਅੱਗੇ ਨਿਕਲਣ ਦਾ ਯਤਨ ਕਰਦੇ ਹਾਂ। ਮੈਂ ਬੜੀ ਵਾਰੀ ਕਹਿੰਦਾ, ਜੇ ਕੋਈ ਬੰਦਗੀ ਕਰਦਾ ਹੈ, ਕੋਈ ਮਹਾਤਮਾ ਹੈ, ਕੋਈ ਸੰਤ ਹੈ, ਕੋਈ ਸਾਧੂ ਹੈ, ਉਹ ਪ੍ਰਵਾਨ ਹੈ, ਉਹਦਾ ਸਤਿਕਾਰ ਹੈ, ਪਰ ਯਾਦ ਰੱਖਿਓ ਸ਼ਬਦ ਕੇਵਲ ਅਤੇ ਕੇਵਲ ਗੁਰੂ ਦਿੰਦਾ ਹੁੰਦਾ ਹੈ। ਜੇ ਤੁਸੀਂ ਕਹੋ ਜੀ ਸਾਨੂੰ ਬਾਬੇ ਨੇ ਸ਼ਬਦ ਦਿੱਤਾ ਹੈ, ਜੇ ਤੁਸੀਂ ਕਹੋ ਸਾਨੂੰ ਮਹਾਂਪੁਰਖਾਂ ਨੇ ਸ਼ਬਦ ਦਿੱਤਾ ਹੈ, ਗੁਰਮੁਖੋ ਇਹਨਾਂ ਨੇ ਪਾਰ ਉਤਾਰਾ ਨਹੀਂ ਜੇ ਕਰਨਾ। ਪਾਰ ਉਤਾਰਾ ਜਿਹੜਾ ਹੈ ਉਹ ਗੁਰੂ ਹੀ ਕਰੇਗਾ। ਤੁਸੀਂ ਸੁਖਮਨੀ ਸਾਹਿਬ ਦਾ ਬਚਨ ਵੀ ਪੜ੍ਹਦੇ ਜੇ ਕਿ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ। ਹਾਲਾਂਕਿ ਇਹਦੇ ਵਿੱਚ ਸੰਤ ਦੀ ਗੱਲ ਆ ਚੁੱਕੀ ਹੈ। ਸੰਤ ਸ਼ਰਨ ਜੋ ਜਨ ਪਰ, ਇਹ ਪਹਿਲਾਂ ਆ ਗਿਆ ਨਾ, 12ਵਾਂ ਸ਼ਲੋਕ ਹੈ। ਸੰਤ ਦੀ ਗੱਲ ਆ ਗਈ, ਸਾਧ ਦੀ ਗੱਲ ਆ ਗਈ, ਬ੍ਰਹਮ ਗਿਆਨੀ ਦੀ ਗੱਲ ਆ ਗਈ। ਇਹ ਸਾਰੀਆਂ ਗੱਲਾਂ ਕਰਕੇ ਇਹ ਨਹੀਂ ਕਿਹਾ ਕਿਤੇ ਵੀ ਇਹਨਾਂ ਸ਼ਲੋਕਾਂ ਦੇ ਵਿੱਚ ਕਿ ਤੈਨੂੰ ਇਹ ਰੱਬ ਦੇ ਨਾਲ ਮਿਲਾਉਣਗੇ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ, ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਦੀ ਗੱਲ ਦੱਸ ਦਿੱਤੀ ਵੀ ਆਹ ਅਵਸਥਾ ਹੈ, ਪਰ ਇਹ ਨਹੀਂ ਕਿਹਾ ਤੈਨੂੰ ਬ੍ਰਹਮ ਗਿਆਨੀ ਪਰਮਾਤਮਾ ਦੇ ਨਾਲ ਮਿਲਾਏਗਾ। ਅਸੀਂ ਇਸ ਚੀਜ਼ ਨੂੰ ਧਿਆਨ 'ਚ ਰੱਖੀਏ। ਸੰਤ ਦੀ ਗੱਲ ਦੱਸ ਦਿੱਤੀ ਕਿ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਪਰ ਇਹ ਨਹੀਂ ਕਿਹਾ ਤੈਨੂੰ ਸੰਤ ਜੋੜੇਗਾ। ਜੋੜੇਗਾ ਕੌਣ? ਕਹਿਣ ਲੱਗੇ ਸਤਿਪੁਰਖ ਜਿਨ ਜਾਣਿਆ, ਜਿਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ, ਜਿਨੇ ਉਹਦੇ ਨਾਲ ਸਾਂਝ ਪਾਈ ਹੈ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ। ਕਹਿਣ ਲੱਗੇ ਉਹਦੇ ਚਰਨਾਂ ਦੇ ਵਿੱਚ ਜੁੜ ਕੇ ਸਿੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ। ਨਾਨਕ ਹਰ ਗੁਣ ਗਾਓ। ਉੱਥੇ ਇਹ ਗੱਲ ਕਹੀ ਹੈ ਕਿ ਗੁਰੂ ਦੇ ਚਰਨਾਂ 'ਚ ਬਹਿ ਕੇ ਪ੍ਰਮਾਤਮਾ ਦਾ ਨਾਮ ਜਪੀ, ਤੇਰਾ ਪਾਰ ਉਤਾਰਾ ਕਿਸੇ ਬਾਬੇ ਨੇ, ਕਿਸੇ ਸਾਧ ਨੇ ਨਹੀਂ, ਯਾਦ ਰੱਖੀ ਗੁਰੂ ਨੇ ਕਰਨਾ। ਅਤੇ ਇਹ ਪੂਰੀ ਤੁਸੀਂ ਅਸ਼ਟਪਦੀ ਪੜ੍ਹੋ, ਇਹਦੇ 'ਚ ਇਹੋ ਚੀਜ਼ ਹੀ ਮਿਲੇਗੀ ਕਿ ਜੇ ਤੂੰ ਗੁਰੂ ਦੇ ਬਚਨ ਮੰਨ ਲਵੇਂ ਤੇ ਤੇਰਾ ਪਾਰ ਉਤਾਰਾ ਹੋ ਜਾਏਗਾ। ਹੁਕਮ ਮੰਨੈ ਤਾਂ ਹਰ ਮਿਲੇ, ਇਹਦਾ ਪਹਿਲਾ ਪਤਾ ਹੈ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ, ਇੱਥੋਂ ਸ਼ੁਰੂ ਹੁੰਦਾ ਹੈ। ਪਰ ਜਿਹੜੀ ਗੱਲ ਸਤਿਗੁਰੂ ਕਹਿ ਰਹੇ ਨੇ, ਗੁਰੂ ਅਮਰਦਾਸ ਜੀ ਕਹਿ ਲਗੇ ਹੁਕਮ ਮੰਨੈ ਤਾਂ ਹਰ ਮਿਲੇ, ਉੱਥੇ ਇਸ ਪਾਵਨ ਅਸ਼ਟਪਦੀ 'ਚ ਗੁਰੂ ਅਰਜਨ ਸਾਹਿਬ ਕਹਿੰਦੇ ਜੋ ਹੁਕਮ ਗੁਰੂ ਦਾ ਮੰਨਣਾ ਹੈ ਅਤੇ ਯਾਦ ਰੱਖੀ ਆਪਾ ਸਮਰਪਣ ਕਰਦੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਇਹਦਾ ਦੂਸਰਾ ਅਸ਼ਟਪਦੀ ਦਾ ਇਹ ਪਦਾ ਆਰੰਭ ਹੁੰਦਾ ਜੀ, ਗੁਰ ਕੈ ਗ੍ਰਹਿ ਸੇਵਕ ਜੋ ਰਹਿ। ਕਹਿੰਦੇ ਜੇ ਤੂੰ ਉਸ ਪਰਮਾਤਮਾ ਤੱਕ ਪਹੁੰਚਣਾ ਹੈ ਨਾ, ਅਤੇ ਗੁਰੂ ਦੇ ਚਰਨਾਂ 'ਚ ਜੁੜ, ਅਤੇ ਗੁਰੂ ਦੇ ਚਰਨਾਂ 'ਚ ਜੁੜਨ ਵਾਸਤੇ ਤੈਨੂੰ ਇਹ ਜਿਹੜੇ ਰੂਲ ਨੇ ਇਹ ਸਾਡੇ ਘਰ ਦੇ ਮੰਨਣੇ ਪੈਣੇ ਨੇ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਇਹ ਨਾ ਹੋਵੇ ਵੀ ਤੂੰ ਆਪਣੀ ਮਨ ਮਰਜ਼ੀ ਕਰੇ, ਇਹ ਨਾ ਹੋਵੇ ਤੂੰ ਆਖੇ ਜੀ ਮੈਂ ਆਪਣੀ ਮਰਜ਼ੀ ਕਰਨੀ ਹੈ, ਸਾਡੀ ਆਪਣੀ ਮਰਿਆਦਾ ਹੈ, ਸਾਡੀ ਮਹਾਂਪੁਰਖਾਂ ਦੀ ਮਰਿਆਦਾ। ਬਿਲਕੁਲ ਨਹੀਂ, ਜੋ ਗੁਰੂ ਕਹਿੰਦਾ ਤੈਨੂੰ ਉਹ ਸੱਤ ਕਰਕੇ ਮੰਨਣਾ ਪੈਣਾ ਹੈ। ਗੁਰੂ ਤੋਂ ਅੱਗੇ ਨਿਕਲਣ ਦਾ ਯਤਨ ਨਹੀਂ ਕਰਨਾ। ਫਿਰ ਮੈਂ ਦੁਹਰਾ ਦੇਵਾਂ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ। ਇਹ ਤਾਂ ਨਹੀਂ ਕਿਹਾ ਕਿਸੇ ਮਹਾਂਪੁਰਖ ਦੇ ਕੋਲ ਵੇਚ, ਮੈਨੂੰ ਮਾਫ਼ ਕਰਿਓ ਮੈਂ ਕਿਸੇ ਦੇ ਖਿਲਾਫ ਨਹੀਂ, ਪਰ ਉਸੇ ਬਾਣੀ ਦੀ ਗੱਲ ਕਰ ਰਿਹਾ, ਉਹਦੇ 'ਚ ਸਾਧ ਦੀ ਸੰਤ ਸਾਰਿਆਂ ਦੀ ਗੱਲ ਹੈ। ਪਰ ਜਦੋਂ ਗੁਰੂ ਦੀ ਗੱਲ ਆਈ, ਸਤਿਗੁਰੂ ਕਹਿੰਦੇ ਮਨ ਆਪਣਾ ਗੁਰੂ ਦੇ ਅੱਗੇ ਅਰਪਣ ਕਰ ਦੇ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਮਗਰ ਕੀ ਰਹਿ ਗਿਆ। ਜੋ ਪ੍ਰਮਾਤਮਾ ਮਿਲ ਗਿਆ ਨਾ, ਇਹੋ ਤੇ ਗੁਰੂ ਅਮਰਦਾਸ ਜੀ ਗੱਲ ਕਹਿ ਰਹੇ ਨੇ। ਕਹਿਣ ਲੱਗੇ ਭਲਿਆ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਇੱਥੇ ਗੁਰੂ ਅਮਰਦਾਸ ਜੀ ਕਹਿਣ ਲੱਗੇ, ਕਹਿੰਦੇ ਗੁਰੂ ਦਾ ਹੁਕਮ ਮੰਨ ਅਤੇ ਤੈਨੂੰ ਪਰਮਾਤਮਾ ਮਿਲ ਪਵੇਗਾ, ਇਹ ਗਰੰਟੀ ਹੈ। ਕਹਿਣ ਲੱਗੇ ਹੁਕਮ ਮੰਨੈ ਤਾਂ ਹਰ ਮਿਲੈ। ਕਹਿਣ ਲੱਗੇ ਪਰਮਾਤਮਾ ਦਾ ਜਿਹੜਾ ਇਹ ਮਿਲਾਪ ਹੈ, ਇਹ ਗੁਰੂ ਦੇ ਬਚਨਾਂ ਦੇ ਉੱਤੇ ਚੱਲਣ ਦੇ ਨਾਲ ਨਸੀਬ ਹੋਣਾ ਹੈ। ਦੇਖੋ ਸਾਨੂੰ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਜੀਵਨ ਦੇ ਵਿੱਚ ਅਪਣਾਉਣਾ ਪੈਣਾ ਹੈ। ਹੁਕਮ ਮੰਨੈ ਤਾਂ ਹਰ ਮਿਲੈ। ਅੱਗੇ ਸ਼ਬਦ ਹੈ ਜੀ, ਤਾਂ ਵਿੱਚੋਂ
ਹਉਮੈ ਜਾਏ। ਗੁਰੂ ਕੋਲ ਇੰਨੀ ਕੁ ਤਾਕਤ ਹੈ। ਯਾਦ ਰੱਖਿਓ, ਗੁਰੂ ਸ਼ਬਦ ਦੇ ਨਾਲ ਜੋੜ ਕੇ ਤੇ ਮਨੁੱਖ ਦੇ ਅੰਦਰੋਂ ਜਿਹੜਾ ਉਹ ਹਉਮੈ ਨੂੰ ਦੂਰ ਕਰ ਦਿੰਦਾ ਜੀ। ਮੈਂ ਉਸ ਦਿਨ ਵੀ ਕਿਹਾ ਸੀ ਨਾ ਵੀ ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਸਤਿਗੁਰਾਂ ਨੇ ਇਹ ਸਵਾਲ ਸੀ, ਕਹਿਣ ਲੱਗੇ ਭਾਈ ਇਹ ਕਿੱਥੋਂ ਹੁਕਮ ਇਹ ਹਉਮੈ ਪੈਦਾ ਗਈ, ਕਿੱਥੋਂ ਇਹ ਜਾ ਕੇ ਖਤਮ ਹੋਵੇਗੀ। ਸਤਿਗੁਰੂ ਕਹਿਣ ਲੱਗੇ ਭਾਈ ਹਉਮੈ ਜਿਹੜੀ ਹੈ ਯਾਦ ਰੱਖੀ ਇਹ ਬੜਾ ਭਿਆਨਕ ਰੋਗ ਹੈ, ਇਹਦੇ ਵਿੱਚੋਂ ਹੀ ਤੈਨੂੰ ਦਵਾਈ ਮਿਲਣੀ। ਆਪਾਂ ਉਸ ਦਿਨ ਪਰਸੋਂ ਸਾਂਝਾ ਕੀਤਾ ਸੀ ਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਅਤੇ ਜੇ ਇਹ ਮਿਟਣੀ ਕਿਵੇਂ ਆ, ਕਹਿਣਗੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹਿ ਸੁਣੋ ਜਣੋ ਇਤ ਸੰਜਮ ਦੁੱਖ ਜਾਏ। ਕਹਿਣ ਲੱਗੇ ਜੇ ਪ੍ਰਮਾਤਮਾ ਕਿਰਪਾ ਕਰੇ ਉਹ ਗੁਰੂ ਦਾ ਸ਼ਬਦ ਜਪੀ ਤੇਰੇ ਅੰਦਰੋਂ ਹਉਮੈ ਕੱਟੀ ਜਾਊਗੀ। ਮੈਂ ਬੇਨਤੀ ਕਰਾਂ, ਮੈਂ ਜਿੱਦਣ ਆਰੰਭ ਕੀਤਾ ਸੀ ਇਹ ਸ਼ਬਦ ਹਉਮੈ ਵਾਲਾ, ਉਦਣ ਵੀ ਕਿਹਾ ਸੀ ਇਹ ਭਿਆਨਕ ਬਿਮਾਰੀ ਹੈ। ਇਹਦੇ ਤੋਂ ਵੱਡੇ ਵੱਡੇ ਰਿਖੀ ਮੁਨੀ ਨਹੀਂ ਬਚ ਸਕੇ, ਇਹਦੇ ਤੋਂ ਵੱਡੇ ਵੱਡੇ ਦੇਵਤੇ ਨਹੀਂ ਬਚ ਸਕੇ। ਇਹ ਕਿਤੇ ਪ੍ਰਮਾਤਮਾ ਮਿਹਰ ਕਰੇ ਤੇ ਤਾਂ ਹੀ ਹਉਮੈ ਤੋਂ ਬਚਿਆ ਜਾਂਦਾ ਏ। ਬੜੀ ਸੂਖਸ਼ਮ ਜੇ ਇਹ ਮਨੁੱਖ ਨੂੰ ਟਿਕਣ ਨਹੀਂ ਦਿੰਦੀ। ਮੰਨ ਲਓ ਆਪਾਂ ਬੈਠੇ ਆ ਨਾ ਗੁਰੂ ਘਰ ਦੇ ਅੰਦਰ, ਕਥਾ ਹੋ ਰਹੀ ਹੈ, ਕਥਾ ਕਰਦਿਆਂ ਕਰਦਿਆਂ ਕਈ ਵਾਰੀ ਮਨ 'ਚ ਹਉਮੈ ਪੈਦਾ ਹੋ ਜਾਏਗੀ ਵੀ ਆਹ ਗੱਲਾਂ ਤਾਂ ਸਾਰੀਆਂ ਮੈਂ ਮੰਨਦਾ ਹਾਂ। ਮੰਨ ਲਓ ਆਪਾਂ ਕਥਾ ਦੇ ਵਿੱਚ ਕੋਈ ਟੌਪਿਕ ਸਾਂਝਾ ਕੀਤਾ, ਮਨ ਉੱਥੇ ਤੁਹਾਨੂੰ ਫਿਰ ਫੂਕ ਛਕਾ ਦੇਗਾ, ਉਹ ਆਖੇਗਾ ਆਹ ਗੱਲਾਂ ਤਾਂ ਸਾਰੀਆਂ ਮੈਂ ਮੰਨਦਾ। ਹਉਮੈ ਤੇ ਫਿਰ ਅੱਗੇ ਆਣ ਕੇ ਦੀਵਾਰ ਬਣ ਕੇ ਖਲੋਗੀ ਨਾ। ਹਉਮੈ ਤੇ ਬਿਲਕੁਲ ਜਿਹੜੀ ਹੈ ਉਹ ਤੁਹਾਡੀ ਕੋਈ ਘਾਲ ਕਮਾਈ ਨਹੀਂ ਹਉਮੈ ਦੇ ਅੱਗੇ ਚੱਲਣੀ। ਜਦੋਂ ਹਉਮੈ ਮਿਟਣੀ ਹੈ ਨਾ, ਇਹ ਜਿਵੇਂ ਆਪਾਂ ਮਹਿੰਦੀ ਨਹੀਂ ਬਰੀਕ ਕਰਕੇ ਲਾਉਂਦੇ, ਸਾਰਾ ਕੁਝ ਖਤਮ ਕਰ ਦਿੱਤਾ ਜਾਂਦਾ ਹੈ। ਕਬੀਰ ਸਾਹਿਬ ਦਾ ਸਲੋਕ ਹੈ ਨਾ, ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪੀਸਾਏ ਪੀਸਾਏ ਤੈਂ ਸ਼ਹਿ ਬਾਤ ਨਾ ਪੁੱਛੀਆ ਕਬਹੂ ਨਾ ਲਾਈਆ ਪਾਏ। ਹੁਣ ਕਈ ਵਾਰੀ ਮਨੁੱਖ ਘਾਲ ਕਮਾਈ ਬੜੀ ਕਰਦਾ ਹੈ, ਮਿਹਨਤ ਬੜੀ ਕਰਦਾ ਹੈ, ਬੜਾ ਜਪ ਤਪ ਕੀਤਾ, ਬੜੀ ਬਾਣੀ ਪੜ੍ਹੀ, ਸਿਮਰਨ ਕੀਤਾ, ਸੇਵਾ ਕੀਤੀ, ਪਰ ਅਜੇ ਵੀ ਜੇ ਪ੍ਰਮਾਤਮਾ ਦੀ ਕਿਰਪਾ ਨਹੀਂ ਹੋਈ ਤਾਂ ਮਨ 'ਚ ਆਉਂਦਾ ਕਿ ਮਨਾ ਰੱਬ ਮਿਲਿਆ ਕੋ ਨਹੀਂ, ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਹੈ। ਮੈਂ ਸਲੋਕ ਪੜ੍ਹ ਦੇਵਾਂ, ਕਬੀਰ ਸਾਹਿਬ ਕਹਿਣ ਲੱਗੇ ਕਬੀਰ ਮਹਿੰਦੀ ਕਰਕੇ ਘਾਲਿਆ। ਕਹਿਣ ਲੱਗੇ ਮਹਿੰਦੀ ਨੂੰ ਚੰਗੀ ਤਰ੍ਹਾਂ ਪੀਸਿਆ, ਪਹਿਲਾਂ ਸੁਕਾਉਣਾ ਪੈਂਦਾ, ਉਸ ਤੋਂ ਬਾਅਦ ਉਹਨੂੰ ਪੀਸਿਆ ਆਪ ਪੀਸਾਏ ਪੀਸਾਏ। ਕਹਿਣ ਲੱਗੇ ਪੀ ਦਿੱਤਾ ਮਹਿੰਦੀ ਵਾਂਗ ਪਰ ਤੈਂ ਸ਼ਹਿ ਬਾਤ ਨਾ ਪੁੱਛੀਆ ਕਬਹੂ ਨਾ ਲਾਈਆਂ ਪਾਏ। ਕਹਿ ਲਗੇ ਮਾਲਕ ਤੂੰ ਤੇ ਕਦੀ ਖਬਰ ਹੀ ਨਹੀਂ ਲਈ, ਨਾ ਮੈਨੂੰ ਆਪਣੇ ਚਰਨਾਂ ਦੇ ਨਾਲ ਲਾਉਣ ਦਾ ਯਤਨ ਕੀਤਾ। ਨਾਲ ਗੁਰੂ ਅਮਰਦਾਸ ਜੀ ਦਾ ਸਲੋਕ ਹੈ, ਕਹਿਣ ਲੱਗੇ ਨਾਨਕ ਮਹਿੰਦੀ ਕਰਕੇ ਰੱਖਿਆ ਆਪੇ ਨਦਰ ਕਰੇ। ਕਹਿਣ ਲੱਗੇ ਆਪੇ ਪੀਸੇ ਆਪੇ ਘੱਸੇ ਆਪੇ ਹੀ ਲਾਏ ਲਏ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂ ਦੇ। ਕਹਿਣ ਲੱਗੇ ਅਸਲ 'ਚ ਇਹ ਪ੍ਰੇਮ ਦਾ ਪਿਆਲਾ, ਜਿਹਨੂੰ ਮੌਜ ਬਣਦੀ ਹੈ ਪਰਮਾਤਮਾ ਉਹਦੀ ਝੋਲੀ 'ਚ ਪਾ ਦਿੰਦਾ। ਨਹੀਂ ਤਾਂ ਕਈ ਵਾਰੀ ਮਨੁੱਖ ਬਾਣੀ ਪੜ੍ਹਦਾ ਪੜ੍ਹਦਾ ਯਾਦ ਰੱਖਿਓ ਸਿਮਰਨ ਕਰਦਾ ਕਰਦਾ ਹਉਮੈ ਦੀ ਦਲਦਲ ਦੇ ਵਿੱਚ ਫਿਸਲ ਜਾਂਦਾ ਜੀ। ਜਿਵੇਂ ਆਪਾਂ ਇਹ ਮੀਂਹ ਪਿਆ ਹੋਵੇ ਨਾ ਅਤੇ ਖੇਤਾਂ ਵੱਲ ਨੂੰ ਤੁਸੀਂ ਜਾਓ, ਕਿਤੇ ਵੱਟ ਤੋਂ ਬੰਦਾ ਸਾਰੀ ਵੱਟ ਨਿਕਲ ਜਾਂਦਾ ਏ। ਕਈ ਵਾਰੀ ਨਿੱਕੀ ਜਿਹੀ ਢੇਮ ਨਿਕਲਣ ਲੱਗੀ ਦੀ ਉਹ ਤੋਂ ਪੈਰ ਤਿਲਕ ਜਾਂਦੇ, ਸਾਰੇ ਦਾ ਸਾਰੇ ਕੱਪੜਿਆਂ ਦਾ ਸੱਤਿਆਨਾਸ। ਮਨੁੱਖ ਲੰਮਾ ਸਮਾਂ ਜਿਹੜਾ ਏ ਉਹ ਬੰਦਗੀ ਕਰਦਿਆਂ ਕਰਦਿਆਂ ਕਈ ਵਾਰੀ ਕੱਢ ਦਿੰਦਾ ਹੈ, ਪਤਾ ਨਹੀਂ ਲੱਗਦਾ ਹਉਮੈ ਦਾ ਕਣਕਾ ਕਿੱਥੇ ਆਉਂਦਾ ਏ। ਇਹ ਸਾਰੇ ਜੀਵਨ ਦੇ ਉੱਤੇ ਪਾਣੀ ਫੇਰ ਦਿੰਦਾ ਏ। ਸਤਿਗੁਰੂ ਕਹਿਣਗੇ ਜੇ ਇਹਦੇ ਤੋਂ ਬਚਣਾ ਏ ਤੇ ਗੁਰੂ ਦੇ ਸ਼ਬਦ ਦੀ ਕਮਾਈ ਕਰ, ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹਉਮੈ ਜਾਏ। ਕਹਿਣਗੇ ਇਸ ਤਰੀਕੇ ਦੇ ਨਾਲ ਤੇਰੇ ਅੰਦਰੋਂ ਹਉਮੈ ਜਾਵੇਗੀ। ਰਹਾਓ, ਇਹ ਰਹਾਓ ਵਾਲੀਆਂ ਦੋ ਪੰਕਤੀਆਂ ਜਿਹੜੀਆਂ ਆਪਾਂ ਉਦਣ ਦੀਆਂ ਸਾਂਝੀਆਂ ਕਰ ਰਹੇ ਹਾਂ। ਅੱਗੇ ਸਤਿਗੁਰੂ ਕਹਿਣਗੇ ਹਉਮੈ ਸਭ ਸਰੀਰ ਹੈ। ਕਹਿਣ ਲੱਗੇ ਇਹ ਜਿਹੜਾ ਸਰੀਰ ਹੈ ਨਾ, ਇਹ ਹਉਮੈ ਦੇ ਨਾਲ ਹੀ ਜਿਹੜਾ ਜੀਵ ਨੂੰ ਪ੍ਰਾਪਤ ਹੁੰਦਾ ਹੈ। ਇਹਨੂੰ ਥੋੜ੍ਹਾ ਜਿਹਾ ਡੂੰਘਾਈ ਦੇ ਨਾਲ ਸਮਝੀਏ ਕਿ ਹਉਮੈ ਦੇ ਨਾਲ ਸਰੀਰ ਕਿਵੇਂ ਪੈਦਾ ਹੋ ਗਿਆ। ਦੇਖੋ ਇੱਕ ਬਚਨ ਆਉਂਦਾ ਜੀ ਭਗਤ ਤਰਲੋਚਨ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਹ ਕਹਿਣ ਲੱਗੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ। ਕਹਿਣ ਲੱਗੇ ਸਰਪ ਜੋਨ ਵੱਲ ਵੱਲ ਅਵਤਰੇ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਉਹਦੇ ਵਿੱਚ ਉਹਨਾਂ ਨੇ ਜਿੰਨਾ ਵੀ ਜ਼ਿਕਰ ਕੀਤਾ 5-6 ਉਦਾਹਰਨਾਂ ਦੇ ਕੇ ਜ਼ਿਕਰ ਕਰਨ ਦਾ ਭਾਵ ਇਹ ਹੈ ਕਿ ਮਰਨ ਵੇਲੇ ਤੇਰੇ ਮਨ ਦੇ ਵਿੱਚ ਜਿਹੋ ਜਿਹਾ ਫੁਰਨਾ ਹੈ ਉਹੋ ਜਿਹਾ ਤੈਨੂੰ ਗਾਂ ਸਰੀਰ ਮਿਲ ਜਾਏਗਾ। ਹੁਣ ਇੱਕ ਆਮ ਮਨੁੱਖ ਤੇ ਚਲੋ ਉਹ ਆਪਾਂ ਕਹਿਤਾ ਮਾਇਆ ਧਾਰੀ ਹੈ, ਤੇ ਭਗਤ ਤਰਲੋਚਨ ਜੀ ਨੇ ਕਹਿਤਾ ਜੇ ਤੂੰ ਮਾਇਆ ਨੂੰ ਚਿੱਤ ਵਧਾਏ ਤੇ ਯਾਦ ਰੱਖੀ ਸੱਪ ਦੀ ਜੂਨੇ ਪਵੇਂਗਾ। ਉਸ ਤੋਂ ਬਾਅਦ ਕਿਹਾ ਜੇ ਤੂੰ ਮੰਦਰਾਂ ਨੂੰ ਸਿਮਰਦਾ ਹੈ
अंत काल जो मंदिर सिमरे ऐसी चिंता मह जे मरे प्रेत जोन वल वल और अवतरे प्रेत बन के आवेगा। उस तो बाद ये भी उदाहरण दे दी, कहन लगे जे तू अपने परिवार नूं लड़के नूं सिमरदा है, अंत काल जो लड़के सिमरे ऐसी चिंता मह जे मरे सूअर जोन वल वल अवतरे। अंत काल जो इस्त्री सिमरे ऐसी चिंता मह जे मरे वेसवा जौन वल वल अवतरे। ये एक आम मनुख दीयां गल्लां ने भी मनुख मरण वेले ये इन्हां चीज़ां नूं चितवदा ते उहदा जन्म ये इदां हो जांदा है। कई वारी धर्मी पुरुष जिहड़ा है वो मरण वेले इहो मन च हौमे करके बैठ जाता है कि मेरे नाल दा भगत कोई नहीं, मेरे नाल दा जिहड़ा है वो साधु कोई नहीं, मेरे नाल दा रब दा प्यारा कोई नहीं। याद रखियो जिहड़ी सुरत परमात्मा च टिकनी सी वो फिर शरीर च आ जाती है। आपां कह देने ना भी इस शरीर ने बड़ी बंदगी की है, तो याद रखियो सुरत फिर शरीर च आ गई, अगला जन्म फिर तुहानूं इहो शरीर दा मिल सकता है। आह गल गुरु अमरदास जी कह रहे ने इत्थे, जिहड़े मैं वो शब्द पूरा कर देवां। कहणगे जे तू जिहो जी चीज़ नूं सिमरेगा ना वो जे तेरी सुरत उत्थे टिक जेगी तो उहो जी तेनूं गां जोन मिल जेगी। अखीर ते कह लगे अंत काल नारायण सिमरै ऐसी चिंता मह जे मरे बदत तरलोचन ते नर मुक्ता पीतांबर वाकै हृदय वसै। कहन लगे जे किते तेरी सुरत परमात्मा च चली गई ना तो याद रखियो तुसी जिहड़ा वो परमात्मा दे जिहड़ा चरनां च प्रवान हो जाओगे, परमात्मा तुहाडे हिरदे च वस जाएगा। अज असी ये धर्म दीयां गल्लां नहीं मानते, मैं अक्सर जिक्र करदा ना मनोविग्यान मन रही है। आउण वाले समय दे विच जे इस सबजैक्ट नूं बड़ा असी खुल के पढ़न दा यतन कीता बड़ियां गल्लां क्लीयर हो जाणगियां। मनोविग्यान ये गल कहिंदा है, मैं पढ़ रहा सा कि जो तू सारी दिहाड़ी चित वधाएं तो याद रखी तेरा फ्यूचर तेरी सोचनी दे उत्ते बड़ा डिपेंड करता है। मनोविग्यान पहलां तीन तरह के मन की गल करदा सी ना, कॉन्शियस, अनकॉन्शियस ते सब कॉन्शियस। हुण चलो सुपर कॉन्शियस की भी गल आ गई है, पर ये मनोविग्यान ये गल कहिंदा असीं जिद्दां दा भी सोचते हैं ना उदां दा साडा जीवन साडे हत्थ हो जाता है। कई बारी वेखो मनुख नूं आदत हुंदी, एक सैकंड मैं विचों विषय तो निकलिया, कई बारी मनुख नूं आदत हुंदी है जिहड़े बेचारे रोंदे रहिंदे ने हाय मर गए हाय मर गए। सच्ची गल है, वो लखां रुपये कमा के भी बेचारे मरे रहिंदे ने, उन्हां दी सुरत उत्थे की टिकी रहिंदी है। तो आपां जदों अपना मान मत्ता इतिहास पढ़ीए, सिख कौम वड्डी फट्टी भी जांदी सी तां भी चढ़दी कला दे विच रहिंदी सी, क्योंकि वो सुरत नूं बाणी जिहड़ी वो सुरत नूं इन्ना क तां चुक दिंदी है कि वो मनुख की सुरत थल्ले डिग्गन नहीं दिंदी। इत्थे गल वल आवां, इत्थे सतगुरु कहणगे हौमै सब शरीर है, कहंदे तू हौमे च रह गया। इनू बड़े ध्यान नाल सुनियो, जदों अखीरला समा आया फिर मनुख जिहड़ा सी वो सुरत करके शरीर च वड़ के रह गया। मैं एक दो उदाहरण होर दे देना। जदों अखीरी समा आउंदा है ना, साडी बड़ी तगड़ी समस्या जी सारियां दी। असी चलो भैन भरावां माँ बाप दे नाल जुड़े हैं, बंदा मरन दिया हुंदा ते उधरों बजुर्ग नूं कहणगे बापू अख खोल के वेख तेरी धी आ गई पछानी हो, पुत आ गए पछानिया ही। वो भलिओ जिहड़ा सारी उम्र धीआं पुत्तां च रहा, मरन वेले ते बेचारे नूं सौखा मर लैण दो, हुण उहने पछाण के गांह भी नाल खड़ना किसे नूं। असी मरन वेले भी उहनूं इहो चीज़ उहदी फिर सुरत शरीर च टिक जांदी है। तो शब्द मैं पहलां ही कह दिता, जे तुसीं लड़कियां नूं जे परिवार नूं सिमरोगे तो जिहो जी जून मिलनी है। कोशिश करो गुरमुखो जदों अखीरी समा आवे तो मनुख परमात्मा के चरनां दे विच सुरत टिकावे। जदों परमात्मा के चरनां च अखीरले समय च जाण वेले सुरत टिक पई ना, तो याद रखियो मनुख के कीते होए जिहड़े कर्म ने माड़ियां दा नाश हो जाता है तो चंगे कर्म परमात्मा के घर च चले जाते हैं। मैं एक उदाहरण दे देना, असी अजामल का जिक्र करते हैं। बाणी ने कहा अजामल पापी जग जानै निमख माहे निस्तारा। ये अर्थ की ने? अजामल व्याख्याकार सी, विद्वान सी बड़ा तगड़ा। एक राज दरबार दे विच वो कथा करिया करदा सी, ते ओहदे जिहड़ा उस्ताद सी, जिहड़ा ओहदा बाप सी, उन्होंने कदी राज दरबार दे विच शहर दे विचों दी नहीं सी आउण दिंदा। इस गल नूं ध्यान नाल सुनियो, मैं एक बड़ी वारी अर्ज कीती है, आप नूं ज्ञात होवे शहर दे विच वक्खो वक्ख बाजार एक पूरे दा पूरा उन्होंने बाजार दिता हुंदा सी एक कित्ते नूं। तुसीं अमृतसर जाओ, अज भी जे गुरु रामदास पातशाह जी ने 52 कित्ते वसाए ना, वो पूरे का पूरा बाजार, जे भांडिया वाला बाजार वेखो तो सारिया दुकानां भांडियां दियां ने, सोने वाला वेखो तो सारा सोने का है, जे किसी भी किस्म का वेखो वो सारा बाजार उस चीज़ का है। इस तरीके दे नाल पुराने समय जिहड़ा एक कित्ता हुंदा सी ना, उहदे नाल संबंधित सारे का सारा बाजार हुंदा सी।
ਤੇ ਇਹ ਅਜਾਮਲ ਦੇ ਘਰ ਤੋਂ ਲੈ ਕੇ ਤੇ ਰਾਜ ਦਰਬਾਰ ਤੱਕ ਜਦੋਂ ਇਹ ਬਾਜ਼ਾਰ ਥਾਣੀ ਲੰਘਦਾ ਸੀ ਤੇ ਰਸਤੇ ਦੇ ਵਿੱਚ ਵੇਸ਼ਵਾ ਦਾ ਦੁਆਰਾ ਆਉਂਦਾ ਹੁੰਦਾ ਸੀ। ਤੇ ਇਹਦੇ ਬਾਪ ਨੇ ਮਨ 'ਚ ਸੋਚਣਾ ਵੀ ਇਹ ਵਿਦਵਾਨ ਹੈ ਤੇ ਇਹ ਮਨ ਜਿਹੜਾ ਚੰਚਲ ਹੈ, ਕਿਸੇ ਵੇਲੇ ਗਲਤ ਸੰਗਤ 'ਚ ਨਾ ਪੈ ਜਾਵੇ, ਉਹਨੂੰ ਰਾਜ ਦਰਬਾਰ 'ਚ ਬਾਹਰ ਦੀ ਭੇਜਦਾ ਹੁੰਦਾ ਸੀ, ਬਾਹਰੋਂ ਬਾਹਰ ਫਿਰਨੀ। ਇੱਕ ਦਿਨ ਕੀ ਹੋਇਆ ਕਿ ਅਜਾਮਲ ਜਿਹੜਾ ਏ ਇਹ ਜੀ ਚੱਲ ਕੇ ਬਾਜ਼ਾਰ ਦੇ ਵਿੱਚੋਂ ਦੀ ਆ ਗਿਆ। ਵੇਸਵਾ ਬੈਠੀ ਸੀ, ਇਹਦਾ ਧਿਆਨ ਪੈ ਗਿਆ ਤੇ ਇਹ ਯਾਦ ਰੱਖਿਓ ਆਪਣੀ ਜੀਵਨ ਲਈ ਤੋਂ ਭਟਕ ਗਿਆ। ਘਰਦਿਆਂ ਨੇ ਸਮਝਾਉਣ ਦਾ ਯਤਨ ਕੀਤਾ, ਚਲੋ ਇਹਦਾ ਵਿਆਹ ਵੀ ਕਰ ਦਿੱਤਾ ਵੀ ਸ਼ਾਇਦ ਕਿਸੇ ਚੰਗੇ ਪਾਸੇ ਲੱਗ ਜਾਵੇ, ਪਰ ਇਹਦੀ ਸੁਰਤ ਫਿਰ ਵੀ ਜਿਹੜੇ ਪਾਸੇ ਟਿਕ ਗਈ ਵੇਸਵਾ ਦਾ, ਇਹਨੇ ਦੁਬਾਰਾ ਨਾ ਛੱਡਿਆ। ਇਹਨੇ ਆਪਣਾ ਪਰਿਵਾਰ ਛੱਡ ਕੇ ਤੇ ਵੇਸਵਾ ਦੇ ਨਾਲ ਫਿਰ ਬਾਅਦ 'ਚ ਵਿਆਹ ਕਰਾ ਲਿਆ, ਜੋ ਇਹਦੇ ਬਾਰੇ ਸਾਨੂੰ ਮਿਲਦਾ ਅਜਾਮਲ ਬਾਰੇ। ਉਸ ਤੋਂ ਬਾਅਦ ਕੀ ਹੋਇਆ, ਰਾਜੇ ਨੇ ਵੀ ਸਮਝਾਇਆ, ਇਹਦੇ ਗੁਰੂ ਨੇ ਵੀ ਸਮਝਾਇਆ, ਇਹਦੇ ਬਾਪ ਨੇ ਵੀ ਸਮਝਾਇਆ, ਪਰ ਬਾਣੀ ਕਹਿੰਦੀ ਹੈ ਛੇਵੇਂ ਕਾਮ ਨਾ ਪੁੱਛਿਆ ਜਾਤ। ਜਦੋਂ ਬੰਦੇ ਦੇ ਸਿਰ 'ਤੇ ਵਾਸ਼ਨਾ ਹੁੰਦੀ ਹੈ ਉਦੋਂ ਉਹਨੂੰ ਚੰਗੇ ਮਾੜੇ ਦੀ ਪਰਖ ਨਹੀਂ। ਤੇ ਇਹ ਦਰਬਾਰ ਦੇ ਵਿੱਚੋਂ ਤੇ ਮੰਨੀ ਜਾਂਦਾ ਗੱਲਾਂ, ਪਰ ਇਹਨੇ ਵੇਸਵਾ ਦਾ ਦੁਆਰਾ ਨਾ ਛੱਡਿਆ। ਹਾਰ ਕੇ ਜਿਹੜਾ ਅਜਾਮਲ ਹੈ ਇਹ ਇੰਨਾ ਕੁ ਜ਼ਿਆਦਾ ਵਿਕਾਰੀ ਹੋ ਗਿਆ, ਇਹਨੂੰ ਦਰਬਾਰ ਦੇ ਵਿੱਚੋਂ, ਰਾਜ ਦਰਬਾਰ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ। ਫਿਰ ਇਹਨੂੰ ਜਿਹੜਾ ਉੱਥੋਂ ਕੱਢ ਦਿੱਤਾ ਗਿਆ ਵੀ ਰਾਜੇ ਨੇ ਕਹਿ ਦਿੱਤਾ ਤੂੰ ਮੇਰੇ ਰਾਜ ਸੀਮਾ ਤੋਂ ਬਾਹਰ ਚਲਿਆ ਜਾ। ਇਹ ਬਾਹਰ ਚਲਾ ਗਿਆ। ਇਹ ਉਸ ਵੇਸਵਾ ਦੇ ਨਾਲ ਪਰਿਵਾਰ 'ਚ ਰਹਿੰਦਾ ਏ। ਉਸ ਵੇਸਵਾ ਦੇ ਜਿਹੜਾ ਕੁੱਖੋਂ 6 ਬੱਚਿਆਂ ਦਾ ਜਨਮ ਹੁੰਦਾ ਹੈ। ਜਦੋਂ ਅਖੀਰਲੇ ਬੱਚੇ ਦਾ ਜਨਮ ਹੋਇਆ ਨਾ ਤੇ ਇਹ ਵਿਸ਼ੇ ਵਿਕਾਰ ਭੋਗ ਕੇ ਇਹਦਾ ਸਰੀਰ ਸਾਰਾ ਗਲ ਚੁੱਕਾ ਸੀ, ਸਾਰਾ ਸਰੀਰ ਇਹਦਾ ਗਲਿਆ ਹੋਇਆ ਹੈ। ਤੇ ਅਖੀਰਲਾ ਸਮਾਂ ਆਇਆ, ਹੁਣ ਮਨ 'ਚ ਸੋਚਦਾ ਏ ਬਣਾ ਮੈਂ ਗਲਤੀ ਬੜੀ ਤਗੜੀ ਕਰ ਲਈ ਹੈ, ਚੰਗਾ ਭਲਾ ਕਥਾ ਕਰਦਾ ਸਾਂ, ਵਿਦਵਾਨ ਸਾਂ, ਕਿਹੜੇ ਪਾਸੇ ਸੁਰਤ ਆ ਗਈ ਤੇ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਹੈ। ਕਿੱਥੇ ਰਾਜ ਦਰਬਾਰ 'ਚ ਕਰਦਾ ਸਾਂ, ਪੈਸੇ ਧੇਲੇ ਦੀ ਕਮੀ ਨਹੀਂ, ਹੁਣ ਕਿਹੋ ਜਿਹਾ ਗੁਜ਼ਾਰਾ ਹੈ। ਜਦੋਂ ਅਖੀਰਲਾ ਬੱਚਾ ਇਹਦੀ ਪਤਨੀ ਦੇ ਕੁੱਖੇ ਸੀ, ਇਹਦਾ ਗੁਰੂ ਮਿਲਿਆ ਫਿਰ ਇਹਨੂੰ। ਹੁਣ ਗੁਰੂ ਨੂੰ ਪਤਾ ਸੀ ਇਹਦੇ ਅੰਦਰ ਨਾਮ ਦਾ ਕਿਨਕਾ ਪੁਰਾਣਾ ਪਿਆ ਹੈ। ਠੀਕ ਹੈ ਬੰਦਾ ਵਿਕਾਰੀ ਹੋ ਗਿਆ, ਪਰ ਬੀਜ ਤੇ ਕਿਤੇ ਨਾ ਕਿਤੇ ਪਿਆ ਸੀ ਨਾ। ਇਹਨੇ ਗੁਰੂ ਨੂੰ ਆਣ ਕੇ ਹੱਥ ਜੋੜੇ, ਕਹਿਣ ਲੱਗਾ ਮੇਰੇ ਕੋਲ ਗਲਤੀ ਬੜੀ ਤਗੜੀ ਹੋ ਗਈ ਹੈ, ਸਾਰੀ ਜ਼ਿੰਦਗੀ ਬਰਬਾਦ ਕਰ ਲਈ ਮੈਂ, ਕਿੰਨੇ ਸਾਲ ਇਸ ਜਿਹੜੀ ਵਾਸ਼ਨਾ ਦੇ ਵਿੱਚ ਕੱਢ ਦਿੱਤੇ। ਗੁਰੂ ਨੇ ਜੁਗਤ ਦੱਸ ਦਿੱਤੀ, ਕਹਿਣ ਲੱਗੇ ਜਿਹੜਾ ਅਖੀਰੀ ਪੁੱਤ ਤੇਰੇ ਘਰ ਬੱਚਾ ਪੈਦਾ ਹੋਵੇਗਾ ਉਹਦਾ ਨਾਮ ਨਾਰਾਇਣ ਰੱਖੀ। ਇਹਨੇ ਅਜਾਮਲ ਨੇ ਜਿਹੜਾ ਇਹਦੇ ਘਰ ਫਿਰ ਪੁੱਤ ਪੈਦਾ ਹੋਇਆ 6ਵਾਂ, ਉਹਦਾ ਨਾਮ ਇਹਨੇ ਨਾਰਾਇਣ ਰੱਖਿਆ। ਨਾਰਾਇਣ ਰੱਖਿਆ ਤੇ ਚਲੋ ਉਹਨੂੰ ਪਾ ਲਿਆ। ਛੋਟੇ ਬੱਚੇ ਦੇ ਨਾਲ ਮਾਂ ਬਾਪ ਦਾ ਅਕਸਰ ਮੋਹ ਬੜਾ ਹੁੰਦਾ ਹੈ। ਹੁਣ ਸੁਰਤ ਦੇ ਵਿੱਚ ਪਰਮਾਤਮਾ ਦਾ ਨਾਮ ਪਿਆ ਸੀ। ਇਹਨੇ ਜਦੋਂ ਵੀ ਉਹਦੇ ਨਾਲ ਪਿਆਰ ਜ਼ਿਆਦਾ ਪੈ ਗਿਆ, ਨਾਰਾਇਣ ਇੱਧਰ ਆ, ਨਾਰਾਇਣ ਇੱਧਰ ਚੱਲ, ਆਓ ਜੇ ਹਰ ਗੱਲੇ ਨਾਰਾਇਣ ਕਰਨਾ, ਤੇ ਇਹਦੇ ਵਿਕਾਰਾਂ ਦੀ ਮੈਲ ਧੋਣ ਲੱਗ ਪਈ। ਅਖੀਰਲਾ ਸਮਾਂ ਆਇਆ, ਦੇਖੋ ਇਹ ਸਤਿਗੁਰਾਂ ਦੀ ਬਾਣੀ ਕਹਿੰਦੀ ਅਜਾਮਲ ਪਾਪੀ ਜਗ ਜਨੇ ਨਿਮਖ ਮਾਹੇ। ਇੱਕ ਅੱਖ ਝਮਕਣ ਜਿੰਨਾ ਸੁਰਤ ਹੀ ਬਦਲੀ ਨਾ ਸਤਿਗੁਰਾਂ ਦੀ, ਜਿਹੜੀ ਮੈਂ ਬੇਨਤੀ ਕਰ ਰਿਹਾ। ਅਖੀਰਲਾ ਸਮਾਂ ਆਇਆ ਤੇ ਯਾਦ ਰੱਖਿਓ ਇਹਨੂੰ ਜਮ ਦਿਖੇ। ਫਿਰ ਬੰਦਾ ਜਦੋਂ ਪਾਪ ਕਰਦਾ ਨਾ ਉਹਨੂੰ ਜ਼ਰੂਰ ਅੱਖਾਂ ਦੇ ਸਾਹਮਣੇ ਆਉਂਦੇ ਨੇ, ਉਹਦੇ ਅੱਖਾਂ ਸਾਹਮਣੇ ਜਮ ਆਏ। ਜਿਸ ਵੇਲੇ ਜਮ ਆਏ, ਹੈ ਬੰਦਾ ਵਿਕਾਰੀ ਸੀ, ਪੁਰਾਣਾ ਇਹਦੇ ਅੰਦਰ ਸਿਮਰਨ ਟਿਕਿਆ ਹੋਇਆ ਸੀ। ਇਹ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਲਾ ਪਿਆ, ਕਹਿਣ ਲੱਗਾ ਨਾਰਾਇਣ ਪੁੱਤਰ ਆ ਮੈਨੂੰ ਜਮਾਂ ਤੋਂ ਬਚਾ ਲਾ, ਨਾਰਾਇਣ ਪੁੱਤਰ ਆ ਮੈਨੂੰ ਜਮਾਂ ਤੋਂ ਬਚਾ ਲਾ। ਜਿਉਂ-ਜਿਉਂ ਵੇਖਦਾ ਹੈ ਜਮ ਲਾਗੇ ਆਉਂਦੇ ਨੇ, ਪੁੱਤਰ ਸ਼ਬਦ ਭੁੱਲ ਗਿਆ, ਨਾਰਾਇਣ ਰਹਿ ਗਿਆ। ਕਿਤੇ ਪੁਰਾਣੇ ਜਨਮਾਂ ਦਾ ਜਿਹੜਾ ਅੰਕੁਰ ਫੁੱਟ ਗਿਆ, ਨਾਰਾਇਣ ਪਰਮਾਤਮਾ ਦੇ ਨਾਲ ਸੁਰਤ ਜੁੜ ਗਈ ਤੇ ਇਹ ਅਖੀਰੇ ਸਮੇਂ ਤੇ ਨਾਰਾਇਣ ਜਪਦਾ ਪਰਮਾਤਮਾ ਦੇ ਚਰਨਾਂ 'ਚ ਚਲਾ ਗਿਆ। ਆਹ ਤ੍ਰਿਜੁਗਤ ਹੈ। ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰੈ ਪਾਰਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਹ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਤੇਰੀ ਅਖੀਰਲੇ ਸਮੇਂ ਜੇ ਸੁਰਤ ਕਿਤੇ ਪਰਮਾਤਮਾ ਦੇ ਨਾਲ ਜੁੜ ਗਈ ਨਾ, ਤੇ ਯਾਦ ਰੱਖੀ ਜਿਹੜੇ ਪਹਿਲਾਂ ਕੀਤੇ ਹੋਏ ਪਾਪ ਨੇ, ਨਾਮ ਦੇ ਵਿੱਚ ਇੰਨੀ ਕੁ ਤਾਕਤ ਹੈ ਉਹਨੂੰ ਵੀ ਸਾੜ ਕੇ ਰੱਖ ਦੇਵੇਗਾ। ਪਰ ਜਿੱਥੋਂ ਮੈਂ ਵਿਚਾਰ ਸ਼ੁਰੂ ਕੀਤੀ ਹੈ, ਜਿਹੜੀ ਗੱਲ ਕਰ ਰਿਹਾ, ਹਉਮੈ ਸਭ ਸਰੀਰ ਹੈ। ਸਤਿਗੁਰੂ ਕਹਿਣਗੇ ਇਹ ਸਰੀਰ ਦੀ ਜਿਹੜੀ ਉਤਪਤੀ ਹੈ ਨਾ, ਜਿਹੜਾ ਸਰੀਰ ਮਿਲਦਾ ਹੈ ਇਹ ਹਉਮੈ ਦੇ ਵਿੱਚੋਂ ਮਿਲ ਰਿਹਾ ਹੈ। ਅਸੀਂ ਹਉਮੈ ਦੇ ਕਾਰਨ ਸਰੀਰ ਧਾਰਨ ਕਰ ਰਹੇ। ਅਗਲਾ ਨਾਲ ਸ਼ਬਦ ਪੜ੍ਹਦੇ ਹੋ, ਹਉਮੈ ਓਪਤ ਹੋਏ। ਉਪਤ ਦਾ ਅਰਥ ਹੁੰਦਾ ਜੀ ਉਤਪਤੀ ਹੋਣਾ, ਜਨਮ ਹੋਣਾ, ਪੈਦਾਇਸ਼ ਹੋਣਾ। ਇਹਨੂੰ ਆਪਾਂ ਸੌਖਾ ਕਰ ਲਈਏ, ਜਨਮ ਮਰਨ ਦੇ ਚੱਕਰਾਂ 'ਚ ਪਏ ਰਹਿਣਾ। ਸਤਿਗੁਰੂ ਕਹਿਣਗੇ ਹਉਮੈ ਦੇ ਕਾਰਨ ਹੀ ਤੂੰ ਜਨਮ ਮਰਨ ਦੇ ਚੱਕਰਾਂ 'ਚ ਪੈਣਾ ਹੈ, ਤੇ ਇਹ ਹਉਮੈ ਦੇ ਕਾਰਨ ਹੀ ਜਰੀਬ ਨੂੰ ਜਿਹੜਾ ਇਹ ਸਰੀਰ ਮਿਲਿਆ ਰਹਿੰਦਾ। ਹਉਮੈ ਭੜਕਾਈ ਫਿਰਦੀ। ਆਪਾਂ ਉਸ ਦਿਨ ਵੀ ਸ਼ਬਦ ਵਾਚਿਆ ਸੀ ਨਾ ਕਿ ਹਉ ਵਿੱਚ ਆਇਆ ਹਉ ਵਿੱਚ ਗਿਆ। ਗੁਰੂ ਨਾਨਕ ਸਾਹਿਬ ਜੀ ਆਸਾ ਦੀ ਵਾਰ ਦਾ ਸਲੋਕ
ਕਹਿਣ ਲੱਗੇ ਇਹਨੇ ਤਾਂ ਸਾਰਾ ਕੁਝ ਹਉਮੈ ਦੇ ਵਿੱਚ ਕਰ ਲਿਆ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਲ। ਮਰਨ ਲੱਗਿਆ ਵੀ ਸੁਰਤ ਹਉਮੈ ਦੇ ਵਿੱਚ। ਜ਼ਰੂਰੀ ਨਹੀਂ ਤੁਸੀਂ ਗੁਨਾਹ ਕੀਤੇ ਨੇ ਤੇ ਮਨੁੱਖ ਨੂੰ ਉਹਦਾ ਹੀ ਉਹ ਪਛਤਾਵਾ ਹੋਵੇ ਤੇ ਉਹ ਹੀ ਚੇਤੇ ਆਉਣ। ਕਈ ਵਾਰੀ ਪੁੰਨ ਵੀ ਇੰਨੇ ਕੁ ਮਨੁੱਖ ਕਰ ਜਾਂਦਾ ਏ ਕਿ ਜਾਂਦੀ ਵਾਰੀ ਸੁਰਤ ਪੁੰਨਾਂ 'ਚ ਅੜ ਜਾਂਦੀ ਹੈ, ਫਿਰ ਵਿਚਾਰਾ ਉੱਥੇ ਦਾ ਉੱਥੇ ਰਹਿ ਜਾਂਦਾ। ਗੱਲ ਤਾਂ ਸਾਡੀ ਸੁਰਤ ਦੀ ਹੈ ਵੀ ਸੁਰਤ ਕਿੱਥੇ ਟਿਕਣੀ ਹੈ। ਇੱਕ ਪਾਪੀ ਮਨੁੱਖ ਉਹ ਆਪਣੇ ਵਿਕਾਰਾਂ ਦਾ ਕਾਹਦਾ ਹੰਕਾਰ ਕਰੇਗਾ ਜੀ। ਜਿਸ ਬੰਦੇ ਨੇ ਗਲਤੀ ਕਰ ਲਈ, ਕਦੀ ਕਿਸੇ ਨੂੰ ਵੇਖਿਆ ਵੀ ਗਲਤੀ ਦਾ ਹੰਕਾਰ ਕਰੇ? ਕੋਈ ਚੋਰ ਆਖੇ ਵੀ ਮੈਂ ਬੜਾ ਤਗੜਾ ਚੋਰ ਆ, ਚੋਰੀ ਦਾ ਕਾਹਦਾ ਹੰਕਾਰ ਹੈ? ਕੋਈ ਡਾਕੂ ਹੈ, ਇਸ ਚੀਜ਼ ਦਾ ਕਾਹਦਾ ਹੰਕਾਰ ਹੈ? ਗਲਤ ਬੰਦਾ ਹੰਕਾਰ ਨਹੀਂ ਕਰਦਾ। ਹੰਕਾਰ ਹਮੇਸ਼ਾ ਹੀ ਚੰਗੀਆਂ ਚੀਜ਼ਾਂ ਦਾ ਹੁੰਦਾ। ਆਪਾਂ ਕਹਿ ਸਕਦੇ ਹੁਣ ਜਿਹੜਾ ਫਿਰ ਨਹੀਂ ਬਾਹਰ ਡਿਆ ਇਸ ਵੇਲੇ ਸ਼ਰਾਬ ਜੂਏ ਖਾਨਿਆਂ ਦੇ ਵਿੱਚ, ਉਹਨੇ ਕਾਹਦਾ ਹੰਕਾਰ ਕਰਨਾ? ਕੀ ਆਖੋ ਵੀ ਮੈਂ ਸ਼ਰਾਬੀ ਬੜਾ ਤਗੜਾ? ਸੁਰਤ ਹੈ ਨਾ ਆਪੋ ਆਪਣੀ। ਯਾਦ ਰੱਖਿਓ, ਜਿਹੜਾ ਮਨੁੱਖ ਗੁਰੂ ਦੇ ਚਰਨਾਂ 'ਚ ਜੁੜਿਆ, ਮੈਨੂੰ ਮਾफ़ ਕਰਨਾ ਕਟਾਕਸ਼ ਨਹੀਂ, ਕਈ ਵਾਰੀ ਇਹ ਹੰਕਾਰ ਆ ਜਾਂਦਾ ਕਿ ਮੈਂ ਤਾਂ ਨੇਮੀ, ਮੈਂ ਤਾਂ ਆਉਣਾ ਹੀ ਰੋਜ਼ ਹੈ। ਇਹ ਵੀ ਹੰਕਾਰ ਲੈ ਕੇ ਮਨੁੱਖ ਨੂੰ ਬਹਿ ਜਾਂਦਾ ਹੈ। ਸਤਿਗੁਰੂ ਕਹਿੰਦੇ ਇਹੋ ਹੰਕਾਰ ਜੇ ਤੇਰੀ ਅਖੀਰਲੇ ਸਮੇਂ ਦੇ ਵਿੱਚ ਰਿਹਾ ਨਾ, ਤੇ ਯਾਦ ਰੱਖੀ ਇਹ ਹੰਕਾਰ ਹੀ ਤੈਨੂੰ ਜਨਮ ਮਰਨ ਦੇ ਵਿੱਚ ਪਾਈ ਰੱਖੇਗਾ। ਹਉਮੈ ਸਭ ਸਰੀਰ ਹੈ, ਹਉਮੈ ਓਪਤ ਹੋਏ, ਹਉਮੈ ਦੇ ਵਿੱਚੋਂ ਹੀ ਜਨਮ ਮਰਨ ਨਿਕਲਦਾ ਏ। ਮਨੁੱਖ ਜਨਮ ਮਰਨ ਦੇ ਗੇੜ 'ਚ ਪਿਆ ਰਹਿੰਦਾ। ਇੱਥੇ ਸਮੇਂ ਦੀ ਸਮਾਪਤੀ, ਅਗਲੀ ਪੰਕਤੀ ਦੇ ਅੱਖਰੀ ਅਰਥ ਕਰ ਦੇਵਾਂ, ਬਾਕੀ ਦੀ ਵਿਚਾਰ ਕੱਲ੍ਹ ਨੂੰ ਕਰਾਂਗੇ। ਕਹਿਣਗੇ ਹਉਮੈ ਵੱਡਾ ਗੁਬਾਰ ਹੈ। ਗੁਬਾਰ ਕਹਿੰਦੇ ਨੇ ਹਨੇਰੇ ਨੂੰ। ਕਹਿੰਦੇ ਹਉਮੈ ਇੱਕ ਬੜਾ ਤਗੜਾ ਹਨੇਰਾ ਏ, ਹਉਮੈ ਵਿੱਚ ਬੁੱਝ ਨਾ ਸਕੈ ਕੋਈ। ਜਿਵੇਂ ਹਨੇਰੇ 'ਚ ਬੰਦੇ ਨੂੰ ਕੱਖ ਨਹੀਂ ਨਾ ਪਤਾ ਲੱਗਦਾ, ਇਸੇ ਤਰੀਕੇ ਦੇ ਨਾਲ ਹਉਮੈ ਦੇ ਵਿੱਚ ਸਾਨੂੰ ਸਹੀ ਅਤੇ ਗਲਤ ਦਾ ਪਤਾ ਨਹੀਂ ਲੱਗਦਾ। ਉਹ ਕਿਵੇਂ ਨਹੀਂ ਪਤਾ ਲੱਗਦਾ, ਇਹਨੂੰ ਥੋੜ੍ਹਾ ਜਿਹਾ ਆਪਾਂ ਕੱਲ੍ਹ ਬਾਣੀ ਦੇ ਵਿੱਚੋਂ ਵੇਖਾਂਗੇ। ਸਮੇਂ ਦੀ ਸਮਾਪਤੀ, ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਹਉਮੈ ਸਭ ਸਰੀਰ ਹੈ, ਹਉਮੈ ਓਪਤ ਹੋਏ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।